तजो मन ये दुख सुख का धाम। लगो तुम चढ़ कर अब सतनाम। ਅੱਜ ਮੈਂ ਸ੍ਰੀ ਹਜ਼ੂਰ ਸਵਾਮੀ ਜੀ ਮਹਾਰਾਜ ਦੀ ਬਾਣੀ ਲੈ ਰਿਹਾ ਹਾਂ। ਮੁਖਤਲਿਫ ਮਹਾਤਮਾ ਦੇ ਬਾਣੀ ਲੈਣ ਤੋਂ ਮੇਰਾ ਕੇਵਲ ਇਤਨਾ ਹੀ ਭਾਵ ਹੈ ਕਿ ਹਰ ਇੱਕ ਮਹਾਤਮਾ ਦਾ ਇੱਕੋ ਹੀ ਸੰਦੇਸ਼ ਹੈ, ਹਰ ਇੱਕ ਮਹਾਤਮਾ ਦਾ ਇੱਕੋ ਹੀ ਉਪਦੇਸ਼ ਹੈ। ਹਰ ਇੱਕ ਮਹਾਤਮਾ ਸਾਨੂੰ ਪਰਮਾਤਮਾ ਦੀ ਭਗਤੀ ਕਰਨ ਦਾ ਇੱਕੋ ਹੀ ਤਰੀਕਾ ਔਰ ਸਾਧਨ ਸਮਝਾਉਂਦਾ ਹੈ। ਸ੍ਰੀ ਹਜ਼ੂਰ ਸਵਾਮੀ ਜੀ ਮਹਾਰਾਜ ਫਰਮਾਉਂਦੇ ਹਨ ਕਿ ਅਸੀਂ ਸਭ ਦੁਨੀਆ ਦੇ ਜੀਵ ਸੁੱਖ ਔਰ ਸ਼ਾਂਤੀ ਹਾਸਲ ਕਰਨਾ ਚਾਹੁੰਦੇ ਹਾਂ, ਲੇਕਿਨ ਸੁੱਖ ਔਰ ਸ਼ਾਂਤੀ ਦੀ ਪ੍ਰਾਪਤੀ ਦੇ ਵਾਸਤੇ ਆਮ ਤੌਰ 'ਤੇ ਸਾਡਾ ਖਿਆਲ ਕਿਸ ਤਰਫ ਜਾਂਦਾ ਹੈ? ਦੁਨੀਆ ਦੇ ਸ਼ਕਲਾਂ, ਦੁਨੀਆ ਦੇ ਪਦਾਰਥਾਂ ਦੀ ਤਰਫ ਜਾਂਦਾ ਹੈ। ਲੇਕਿਨ ਇਹਨਾਂ 'ਚੋਂ ਅੱਜ ਤੱਕ ਨਾ ਕਦੇ ਕਿਸੇ ਨੂੰ ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਪ੍ਰਾਪਤ ਹੋਈ ਹੈ, ਨਾ ਕਦੇ ਹੋ ਹੀ ਸਕਦੀ ਹੈ। ਜੋ ਵੀ ਥੋੜ੍ਹੇ ਬਹੁਤ ਆਪਾਂ ਨੂੰ ਸੁੱਖ ਨਜ਼ਰ ਆਉਂਦੇ ਹਨ, ਅਰਸਾ ਪਾ ਕੇ ਆਹਿਸਤਾ ਆਹਿਸਤਾ ਸਭ ਦੁੱਖਾਂ ਅੰਦਰ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ, ਕਿਉਂਕਿ ਜਿਨ੍ਹਾਂ ਸ਼ਕਲਾਂ ਔਰ ਪਦਾਰਥਾਂ 'ਚੋਂ ਆਪਾਂ ਸੁੱਖ ਢੂੰਢ ਰਹੇ ਹਾਂ ਉਹ ਸਭ ਟੈਂਪਰੇਰੀ ਹਨ, ਆਰਜ਼ੀ ਹਨ। ਉਹਨਾਂ ਦਾ ਸੁੱਖ ਔਰ ਆਰਾਮ ਵੀ ਕੇਵਲ ਟੈਂਪਰੇਰੀ ਔਰ ਆਰਜ਼ੀ ਹੀ ਹੋ ਸਕਦਾ ਹੈ। ਔਰ ਜੋ ਪਰਮਾਤਮਾ ਦਾਤਾਂ ਬਖਸ਼ਦਾ ਹੈ, ਜਿਨ੍ਹਾਂ ਨੂੰ ਆਪਾਂ ਸੁੱਖ ਦਾ ਕਾਰਨ ਸਮਝੀ ਬੈਠੇ ਹਾਂ, ਉਸ ਵਕਤ ਨਾਲ ਹੀ ਮਨ ਵਿੱਚ ਭੈ ਔਰ ਡਰ ਬੈਠ ਜਾਂਦਾ ਹੈ। ਇਹ ਬਖਸ਼ੀਆਂ ਹੋਈਆਂ ਦਾਤਾਂ ਪਰਮਾਤਮਾ ਮੇਥੋਂ ਕਿਤੇ ਵਾਪਸ ਨਾ ਲੈ ਲਵੇ। ਜਿਸ ਚੀਜ਼ ਦੀ ਸਾਨੂੰ 24 ਘੰਟੇ ਜਾਣ ਦੀ ਹੀ ਚਿੰਤਾ ਔਰ ਫਿਕਰ ਲੱਗੀ ਹੋਈ ਹੈ, ਉਹ ਸੁੱਖ ਵੀ ਆਹਿਸਤਾ ਆਹਿਸਤਾ ਦੁੱਖਾਂ ਵਿੱਚ ਹੀ ਤਬਦੀਲ ਹੋ ਜਾਂਦਾ ਹੈ। ਸੋਚ ਕੇ ਦੇਖੋ, ਸਾਡੀ ਸ਼ਾਦੀ ਹੁੰਦੀ ਹੈ, ਸਾਡੇ ਮਨ ਵਿੱਚ ਕਿਤਨੀ ਖੁਸ਼ੀ ਮਹਿਸੂਸ ਹੁੰਦੀ ਹੈ, ਲੇਕਿਨ ਨਾਲ ਹੀ ਸ਼ਾਦੀ ਹੋਣ ਦੇ ਮਨ ਵਿੱਚ ਭੈ ਔਰ ਡਰ ਬੈਠ ਜਾਂਦਾ ਹੈ। ਜਿਹੜਾ ਪਰਮਾਤਮਾ ਨੇ ਜ਼ਿੰਦਗੀ ਦਾ ਸਾਥੀ ਦਿੱਤਾ ਹੈ, ਉਹ ਕਿਤੇ ਬਦਕਾਰ ਨਾ ਹੋ ਜਾਵੇ, ਸ਼ਰਾਬੀ ਨਾ ਹੋ ਜਾਵੇ, ਜੁਆਰੀਆ ਨਾ ਹੋ ਜਾਵੇ, ਘਰਦਿਆਂ ਨਾਲ ਲੜਨਾ ਨਾ ਸ਼ੁਰੂ ਕਰ ਦੇਵੇ, ਫਜ਼ੂਲ ਖਰਚ ਨਾ ਹੋ ਜਾਵੇ, ਬਿਮਾਰ ਨਾ ਹੋ ਜਾਵੇ। ਪਰਮਾਤਮਾ ਕਿਤੇ ਬਖਸ਼ੇ ਹੋਏ ਸਾਥੀ ਨੂੰ ਵਾਪਸ ਨਾ ਬੁਲਾ ਲਵੇ। ਉਹ ਜਿਹੜੀ ਮਨ ਵਿੱਚ 24 ਘੰਟੇ ਚਿੰਤਾ ਔਰ ਫਿਕਰ ਬੈਠਾ ਰਹਿੰਦਾ ਹੈ, ਉਹ ਆਹਿਸਤਾ ਆਹਿਸਤਾ ਸਾਰੇ ਸਾਡੇ ਗ੍ਰਸਤ ਨੂੰ ਦੁੱਖ ਦਾ ਕਾਰਨ ਬਣਾ ਦਿੰਦਾ ਹੈ। ਫਿਰ ਸਾਡੀ ਔਲਾਦ ਪੈਦਾ ਹੁੰਦੀ ਹੈ, ਬੱਚੇ ਪੈਦਾ ਹੁੰਦੇ ਹਨ, ਆਪਾਂ ਕਿਤਨੀਆਂ ਖੁਸ਼ੀਆਂ ਮਨਾਉਂਦੇ ਹਾਂ, ਪੁੰਨ ਦਾਨ ਕਰਦੇ ਹਾਂ, ਮਠਿਆਈਆਂ ਤਕਸੀਮ ਕਰਦੇ ਹਾਂ, ਲੇਕਿਨ ਹਰ ਇੱਕ ਨੂੰ ਪਤਾ ਹੈ ਬਾਲ ਬੱਚਿਆਂ ਦੇ ਪੜ੍ਹਾਉਣ ਦੀਆਂ ਕਿਤਨੇ ਦੁੱਖ ਔਰ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਕਿਤਨੇ ਵੀ ਲਾਇਕ ਹੋਣ, ਅੱਜ ਕੱਲ੍ਹ ਤਾਂ ਸਕੂਲਾਂ ਕਾਲਜਾਂ ਵਿੱਚ ਦਾਖਲੇ ਹੀ ਨਹੀਂ ਮਿਲਦੇ, ਫਿਰ ਉਹਨਾਂ ਦੇ ਕਿਤਨੇ ਖਰਚ ਬਰਦਾਸ਼ਤ ਕਰਨੇ ਪੈਂਦੇ ਹਨ। ਫਿਰ 24 ਘੰਟੇ ਚਿੰਤਾ ਲੱਗੀ ਹੋਈ ਹੈ, ਭੈੜੀ ਸੰਗਤ ਔਰ ਸੋਹਬਤ ਵਿੱਚ ਨਾ ਪੈ ਜਾਣ, ਡਰੱਗ ਨਾ ਖਾਣੇ ਸ਼ੁਰੂ ਕਰ ਦੇਣ, ਜੁਆਰੀਏ ਨਾ ਬਣ ਜਾਣ, ਸ਼ਰਾਬੀ ਨਾ ਬਣ ਜਾਣ, ਕਿਸੇ ਦਾ ਕੋਈ ਐਕਸੀਡੈਂਟ ਨਾ ਹੋ ਜਾਵੇ ਜਾਂ ਕੋਈ ਬਿਮਾਰ ਨਾ ਹੋ ਜਾਵੇ। ਉਹ ਔਲਾਦ 24 ਘੰਟੇ ਸਾਡੇ ਵਾਸਤੇ ਚਿੰਤਾ ਦਾ ਬਾਇਸ ਬਣੀ ਰਹਿੰਦੀ ਹੈ। ਫਿਰ ਅਸੀਂ ਹਕੂਮਤ ਦੇ ਨਸ਼ੇ 'ਚੋਂ ਸੁੱਖ ਢੂੰਢਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਲੋਕ ਸਾਡੇ ਜਲੂਸ ਕੱਢਦੇ ਹਨ, ਸਾਡੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾਉਂਦੇ ਹਨ, ਸਾਨੂੰ ਹਾਥੀਆਂ 'ਤੇ ਚੜ੍ਹਾ ਕੇ ਬਾਜ਼ਾਰਾਂ ਵਿੱਚ ਫੇਰਦੇ ਹਨ, ਸਾਡਾ ਮਨ ਫੁੱਲਿਆ ਨਹੀਂ ਸਮਾਉਂਦਾ। ਲੇਕਿਨ ਉਹਨਾਂ ਲੀਡਰਾਂ ਦੀ ਹਿਸਟਰੀਆਂ ਵੀ ਆਪਣੇ ਅੱਖਾਂ ਦੇ ਅੱਗੇ ਹੈ। ਰਾਤੋਂ ਰਾਤ ਕੂਪ ਹੋ ਜਾਂਦੇ ਹਨ, ਉਹਨਾਂ ਨੂੰ ਫਾਇਰਿੰਗ ਸਕੁਐਡ ਅੱਗੇ ਖੜ੍ਹੇ ਕਰ ਦਿੱਤਾ ਜਾਂਦਾ ਹੈ, ਜੇਲ੍ਹ ਖਾਨਿਆਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਅਖਬਾਰਾਂ ਵਿੱਚ ਲੋਕ ਉਹਨਾਂ ਦੀ ਮਿੱਟੀ ਪ੍ਰੀਤ ਕਰਨੀ ਸ਼ੁਰੂ ਕਰ ਦਿੰਦੇ ਹਨ। ਉਹ ਜਿਹੜੀ ਦੁਨੀਆ ਦੀ ਮਾਨ ਵਡਿਆਈ ਸਾਡੇ ਵਾਸਤੇ ਸੁੱਖ ਦਾ ਕਾਰਨ ਬਣੀ ਬੈਠੀ ਸੀ, ਦੇਖੋ ਉਹ ਹੀ ਅੱਜ ਸਾਡੇ ਵਾਸਤੇ ਦੁੱਖ ਦਾ ਕਾਰਨ ਬਣ ਜਾਂਦੀ ਹੈ। ਫਿਰ ਅਸੀਂ ਦੁਨੀਆ ਦੀ ਐਸ਼ੋ ਇਸ਼ਰਤ 'ਚੋਂ ਸੁੱਖ ਢੂੰਢਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਖਾਣ ਪੀਣ ਦੀਆਂ ਚੀਜ਼ਾਂ ਸਾਨੂੰ ਸ਼ਾਇਦ ਬਹੁਤ ਚੰਗੀਆਂ ਲੱਗਦੀਆਂ ਹੋਣਗੀਆਂ, ਲੇਕਿਨ ਜਦੋਂ ਜਿਸਮ 'ਤੇ ਬਿਮਾਰੀਆਂ ਦਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ,
ਜੇਲ੍ਹਾਂ ਵਿੱਚ ਜਾ ਕੇ ਚੱਕੀਆਂ ਚਲਾਉਣੀਆਂ ਪੈਂਦੀਆਂ ਹਨ, ਕਚਹਿਰੀਆਂ ਵਿੱਚ ਜਾ ਕੇ ਮੁਕੱਦਮਿਆਂ ਦੇ ਧੱਕੇ ਖਾਣੇ ਪੈਂਦੇ ਹਨ। ਫਿਰ ਪਤਾ ਲੱਗਦਾ ਹੈ ਉਹ ਦੁੱਖ ਦਾ ਕਾਰਨ ਹੈ ਕਿ ਸੁੱਖ ਦਾ ਕਾਰਨ ਹੈ। ਇਸੇ ਤਰ੍ਹਾਂ ਅਸੀਂ ਰੁਪਏ ਪੈਸੇ ਤੋਂ ਸੁੱਖ ਢੂੰਢਣ ਦੀ ਕੋਸ਼ਿਸ਼ ਕਰਦੇ ਹਾਂ। ਸੋਚ ਲਓ, ਪਹਿਲਾਂ ਤਾਂ ਕਮਾਉਣ ਦੇ ਅੰਦਰ ਕਿਤਨੇ ਕਿਤਨੇ ਦੁੱਖ ਔਰ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਦੁਨੀਆ ਭਰ ਦੀਆਂ ਠੱਗੀਆਂ, ਬੇਈਮਾਨੀਆਂ, ਕੀਮਤੀ ਅਸੂਲਾਂ ਨੂੰ ਕੁਰਬਾਨ ਕਰਨਾ ਪੈਂਦਾ ਹੈ। ਔਰ ਫਿਰ ਜਦੋਂ ਕਮਾ ਵੀ ਲੈਂਦੇ ਹਾਂ, 24 ਘੰਟੇ ਚਿੰਤਾ ਔਰ ਫਿਕਰ ਲੱਗਾ ਰਹਿੰਦਾ ਹੈ। ਯਾਰ ਦੋਸਤ ਨਾ ਮਿਕੁਲ ਜਾਣ, ਸ਼ੇਅਰਾਂ ਦੀ ਕੀਮਤ ਨਾ ਕੰਮ ਹੋ ਜਾਵੇ, ਬੈਂਕ ਨਾ ਫੇਲ ਹੋ ਜਾ, ਇਨਕਮ ਟੈਕਸ, ਸੇਲ ਟੈਕਸ ਦੇ ਰੇਟ ਨਾ ਸਾਡੇ 'ਤੇ ਕਿਤੇ ਹੋ ਜਾ, ਜਾਂ ਡਿਗਰੀਆਂ ਸਾਨੂੰ ਗੌਰਮੈਂਟ ਸਾਡੇ ਬਰਖਲਾਫ ਨਾ ਕਰ ਦੇਣ। ਉਹ 24 ਘੰਟੇ ਦੌਲਤ ਸਾਡੀ ਚਿੰਤਾ ਦਾ ਬਾਇਸ ਬਣੀ ਹੋਈ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬੜੇ ਬੜੇ ਜੋ ਦੀਖੇ ਲੋਕ ਦਿਲ ਕੋ ਵਿਆਪੇ ਚਿੰਤਾ ਰੋਗ। ਜਿਹੜੇ ਬੜੇ ਬੜੇ ਸੇਠ, ਸ਼ਾਹੂਕਾਰ, ਰਾਜੇ ਮਹਾਰਾਜੇ ਨਜ਼ਰ ਆਉਂਦੇ ਹਨ, ਸਭ ਤੋਂ ਵੱਡੀ ਜਿਹੜੀ ਬਿਮਾਰੀ ਹੈ ਉਹਨਾਂ ਨੂੰ ਮੈਂਟਲ ਡਿਪਰੈਸ਼ਨ ਦੀ ਬਿਮਾਰੀ ਹੈ। 24 ਘੰਟੇ ਚਿੰਤਾ ਔਰ ਫਿਕਰ ਦੀ ਬਿਮਾਰੀ ਹੈ। ਸੋ ਇਸ ਵਾਸਤੇ ਸਵਾਮੀ ਜੀ ਕਹਿੰਦੇ, ਇਹਨਾਂ ਸ਼ਕਲਾਂ 'ਚੋਂ ਨਾ ਅੱਜ ਤੱਕ ਕਦੇ ਕਿਸੇ ਨੂੰ ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਪ੍ਰਾਪਤ ਹੋਈ ਹੈ, ਨਾ ਕਦੇ ਹੋ ਹੀ ਸਕਦੀ ਹੈ। ਇਸ ਵਾਸਤੇ ਕਿਉਂ ਨਹੀਂ ਹੁੰਦੀ? ਕਿਉਂਕਿ ਪਰਮਾਤਮਾ ਨੇ, ਸਵਾਮੀ ਜੀ ਕਹਿੰਦੇ ਹਨ, ਤਜੋ ਮਨ ਇਹ ਦੁੱਖ ਸੁੱਖ ਕਾ ਧਾਮ। ਮਾਲਿਕ ਨੇ ਇਹ ਦੁਨੀਆ ਹੀ ਦੁੱਖਾਂ ਔਰ ਸੁੱਖਾਂ ਦੀ ਬਣਾਈ ਹੋਈ ਹੈ। ਇਹੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਹਰਕ ਸੋਗ ਨਗਰ ਏਕੀਆ। ਕੋਈ ਸ਼ਖਸ ਤੁਹਾਨੂੰ ਐਸਾ ਨਹੀਂ ਮਿਲੇਗਾ ਜਿਹਨੂੰ ਹਮੇਸ਼ਾ ਸੁੱਖ ਹੀ ਸੁੱਖ ਪ੍ਰਾਪਤ ਹੁੰਦੇ ਹੋਣ, ਕਦੇ ਦੁੱਖਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਹੋਵੇ, ਜਾਂ ਜਿਹੜਾ ਵਿਚਾਰਾ ਹਮੇਸ਼ਾ ਦੁੱਖ ਹੀ ਭੁਗਤਦਾ ਹੋਵੇ, ਕਦੇ ਸੁੱਖ ਦੇ ਸਵਾਸ ਨਾ ਆਏ ਹੋਣ। ਅਗਰ 10 ਦਿਨ ਸੁੱਖ ਦੇ ਗੁਜ਼ਰ ਜਾਂਦੇ ਹਨ, ਥੋੜ੍ਹਾ ਬਹੁਤ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਗਰ 10 ਦਿਨ ਦੁੱਖਾਂ ਦੇ ਗੁਜ਼ਰ ਜਾਂਦੇ ਹਨ, ਥੋੜ੍ਹੇ ਬਹੁਤ ਸੁੱਖ ਦੇ ਸਾਂਸ ਆ ਜਾਂਦੇ ਹਨ। ਇਹ ਜਿਤਨੇ ਵੀ ਆਪਣੇ ਸੁੱਖ ਹਨ, ਇਹ ਪਿਛਲੇ ਜਨਮਾਂ ਦੇ ਪੁੰਨਾਂ ਦੇ ਕਾਰਨ ਹਨ। ਜਿਤਨੇ ਵੀ ਆਪਣੇ ਦੁੱਖ ਹਨ, ਪਿਛਲੇ ਜਨਮਾਂ ਦੇ ਪਾਪਾਂ ਦੇ ਕਾਰਨ ਹਨ। ਪੁੰਨ ਔਰ ਪਾਪ ਇਕੱਠੇ ਹੁੰਦੇ ਹਨ, ਫਿਰ ਸਾਨੂੰ ਇਨਸਾਨ ਦਾ ਜਾਮਾ ਮਿਲਦਾ ਹੈ। ਅਸੀਂ ਇਸ ਸਰੀਰ ਵਿੱਚ ਬੈਠ ਕੇ ਉਹਨਾਂ ਪੁੰਨਾਂ ਦਾ ਵੀ ਹਿਸਾਬ ਦੇਣਾ ਹੈ, ਉਹਨਾਂ ਪਾਪਾਂ ਦਾ ਵੀ ਹਿਸਾਬ ਦੇਣਾ ਹੈ। ਉਹਨਾਂ ਪੁੰਨਾਂ ਕਰਕੇ ਅੱਜ ਆਪਾਂ ਸੁਖੀ ਹੋ ਰਹੇ ਹਾਂ, ਉਹਨਾਂ ਪਾਪਾਂ ਕਰਕੇ ਅੱਜ ਆਪਾਂ ਦੁਖੀ ਹੋ ਰਹੇ ਹਾਂ। ਇਹ ਠੀਕ ਹੈ, ਕਿਸੇ ਦੇ ਜ਼ਿਆਦਾ ਪਾਪ ਹਨ, ਥੋੜ੍ਹੇ ਪੁੰਨ ਹਨ, ਇਸ ਕਰਕੇ ਉਹ ਜ਼ਿਆਦਾ ਦੁਖੀ ਹੈ, ਥੋੜ੍ਹਾ ਸੁਖੀ ਹੈ। ਕਿਸੇ ਦੇ ਪਾਪਾਂ ਦਾ ਬੋਝਾ ਜ਼ਿਆਦਾ ਹੋ ਜਾਂਦਾ ਹੈ, ਪੁੰਨਾਂ ਦਾ ਕਮ ਹੁੰਦਾ ਹੈ, ਉਹ ਜ਼ਿਆਦਾ ਦੁਖੀ ਹੋ ਜਾਂਦਾ ਹੈ, ਥੋੜ੍ਹਾ ਸੁਖੀ ਹੋ ਜਾਂਦਾ ਹੈ। ਲੇਕਿਨ ਦੁੱਖ ਸੁੱਖ ਤਾਂ ਜਿਤਨਾ ਚਿਰ ਦੇਹ ਵਿੱਚ ਬੈਠੇ ਹਾਂ, ਹਰ ਇੱਕ ਨੂੰ ਭੁਗਤਣਾ ਹੀ ਪੈਂਦਾ ਹੈ। ਨਾ ਹੀ ਕਦੇ ਕੋਈ ਸੰਤ ਮਹਾਤਮਾ ਇਸ ਦੁਨੀਆ ਨੂੰ ਸੁੱਖ ਦੀ ਨਗਰੀ ਬਣਾਉਣ ਵਾਸਤੇ ਆਉਂਦੇ ਹਨ। ਅਗਰ ਸੰਤਾਂ ਮਹਾਤਮਾ ਦਾ ਦੁਨੀਆ ਵਿੱਚ ਆਉਣ ਦਾ ਇਹ ਪਰਪਸ ਔਰ ਮਕਸਦ ਹੋਵੇ ਕਿ ਦੁਨੀਆ ਸੁੱਖ ਦੀ ਨਗਰੀ ਬਣ ਜਾਵੇ, ਤੁਸੀਂ ਸੋਚੋ ਅੱਜ ਤੱਕ ਜ਼ਰੂਰ ਬਣ ਜਾਣੀ ਚਾਹੀਦੀ ਸੀ। ਕਿਉਂਕਿ ਹਰ ਇੱਕ ਕੌਮ ਦੇ ਅੰਦਰ, ਮਜ਼ਹਬ ਦੇ ਅੰਦਰ, ਮੁਲਕ ਦੇ ਅੰਦਰ, ਵਕਤ ਦੇ ਅੰਦਰ ਹਿਸਟਰੀ ਪੜ੍ਹ ਕੇ ਦੇਖੋ ਕਿਸ ਕਿਸ ਚੋਟੀ ਦੇ ਮਹਾਤਮਾ ਆਏ ਹਨ। ਸ਼੍ਰੀ ਰਾਮ ਚੰਦਰ ਜੀ ਮਹਾਰਾਜ ਆਏ ਹਨ, ਕ੍ਰਿਸ਼ਨ ਜੀ ਮਹਾਰਾਜ ਆਏ ਹਨ, ਬੁੱਧਾ ਆਇਆ ਹੈ, ਈਸਾ ਆਇਆ ਹੈ, ਮੁਹੰਮਦ ਸਾਹਿਬ ਆਏ ਹਨ, ਕਬੀਰ ਸਾਹਿਬ ਆਏ ਹਨ, ਦਾਦੂ ਸਾਹਿਬ ਆਏ ਹਨ, ਗੁਰੂ ਨਾਨਕ ਸਾਹਿਬ ਆਏ ਹਨ, ਸਵਾਮੀ ਜੀ ਮਹਾਰਾਜ ਆਏ ਹਨ, और इतने बड़े दुनिया अंदर महात्मा आए हैं। अगर ऐसे ऐसे संतां महात्मा ਦੇ ਆਉਣ ਦੇ ਬਾਵਜੂਦ ਇਹ ਦੁਨੀਆ ਅੱਜ ਤੱਕ ਸੁੱਖ ਦੀ ਨਾਗਰੀ ਨਹੀਂ ਬਣ ਸਕੀ। ਅਸੀਂ ਹੁਣ ਕੀ ਉਮੀਦ ਲੈ ਕੇ ਬੈਠੇ ਹਾਂ, ਕੀ ਸੋਚ ਰਹੇ ਹਾਂ ਕਿ ਅਸੀਂ ਇਸ ਦੁਨੀਆ ਨੂੰ ਸੁੱਖ ਦੀ ਨਗਰੀ ਬਣਾ ਸਕਾਂਗੇ। ਦੁਨੀਆ ਦੇ ਕਾਂਟੇ ਕੋਈ ਕਿਤਨੇ ਇਕੱਠੇ ਕਰਨ ਦੀ ਕੋਸ਼ਿਸ਼ ਕਰੇ, ਕਦੇ ਕਾਮਯਾਬ ਨਹੀਂ ਹੋ ਸਕਦਾ। ਅਗਰ ਹਿੰਮਤ ਕਰਕੇ ਉਹ ਆਪਣੇ ਹੀ ਪੈਰਾਂ ਵਿੱਚ ਬੂਟ ਪਾ ਲਵੇ, ਦੁਨੀਆ ਦੇ ਕਾਂਟੇ ਉਹਦੇ ਪੈਰਾਂ 'ਤੇ ਅਸਰ ਹੀ ਨਹੀਂ ਕਰਦੇ। ਇਹ ਦੁਨੀਆ ਦੇ ਮਸਲੇ ਨਾ ਕਦੇ ਕਿਸੇ ਕੋਲੋਂ ਹੱਲ ਹੋਏ ਹਨ, ਨਾ ਕਦੇ ਹੋ ਸਕਦੇ ਹਨ। ਲੇਕਿਨ ਮਹਾਤਮਾ ਜ਼ਿੰਦਗੀ ਗੁਜ਼ਾਰਨ ਦਾ, ਮਾਲਕ ਦੇ ਭਗਤੀ ਕਰਨ ਦਾ ਐਸਾ ਤਰੀਕਾ ਔਰ ਸਾਧਨ ਸਮਝਾਉਂਦੇ ਹਨ, ਜਿਸ ਰਸਤੇ 'ਤੇ ਚੱਲ ਕੇ ਅਸੀਂ ਦੁੱਖਾਂ ਔਰ ਸੁੱਖਾਂ ਤੋਂ ਹੀ ਖਿਆਲ ਨੂੰ ਚੱਲੇ ਜਾਂਦੇ ਹਾਂ। ਇਸੇ ਵਾਸਤੇ ਸਵਾਮੀ ਜੀ ਕਹਿੰਦੇ ਕਿ ਚੜ੍ਹ ਕਰ ਲਗੋ ਅਬ ਤੁਮ ਸਤਨਾਮ।
ਅਗਰ ਤੁਸੀਂ ਸੁੱਖ ਹਾਸਲ ਕਰਨਾ ਚਾਹੁੰਦੇ ਹੋ, ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦੇ ਹੋ, ਉਸ ਮਾਲਕ ਦੀ ਖੋਜ ਕਰੋ, ਉਸ ਪਰਮੇਸ਼ਵਰ ਦੀ ਖੋਜ ਕਰੋ। ਜਿਤਨਾ ਚਿਰ ਤੁਸੀਂ ਵਾਪਸ ਜਾ ਕੇ ਉਸ ਪਰਮਾਤਮਾ ਨੂੰ ਨਹੀਂ ਮਿਲੋਗੇ, ਤੁਹਾਡੇ ਸੁੱਖ ਔਰ ਸ਼ਾਂਤੀ ਹਾਸਲ ਕਰਨ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਜਿਨੀ ਘਰ ਜਾਤਾ ਆਪਣਾ ਸੇ ਸੁਖੀਏ ਭਾਈ। ਜਿਹੜੇ ਸ਼ਖਸ ਆਪਣੇ ਘਰ ਵਾਪਸ ਪਹੁੰਚ ਜਾਂਦੇ ਹਨ, ਆਪਣਾ ਘਰ ਕਿਹੜਾ ਹੈ? ਜਿੱਥੇ ਪਰਮਾਤਮਾ ਰਹਿੰਦਾ ਹੈ, ਜਿੱਥੇ ਪਰਮੇਸ਼ਰ ਰਹਿੰਦਾ ਹੈ। ਔਰ ਜਿਹੜੇ ਆਪਣੇ ਘਰ ਪਹੁੰਚ ਕੇ ਪਰਮਾਤਮਾ ਨੂੰ ਮਿਲ ਲੈਂਦੇ ਹਨ, ਗੁਰੂ ਸਾਹਿਬ ਕਹਿੰਦੇ ਉਹ ਹਮੇਸ਼ਾ ਵਾਸਤੇ ਸੁਖੀ ਹੋ ਜਾਂਦੇ ਹਨ। ਕਿਉਂਕਿ ਆਤਮਾ ਔਰ ਪਰਮਾਤਮਾ ਦਾ ਜਿਹੜਾ ਰਿਸ਼ਤਾ ਹੈ, ਇਹ ਭਗਤੀ ਦਾ ਰਿਸ਼ਤਾ ਹੈ, ਇਹ ਪ੍ਰੇਮ ਦਾ ਰਿਸ਼ਤਾ ਹੈ, ਇਹ ਪਿਆਰ ਦਾ ਰਿਸ਼ਤਾ ਹੈ। ਬਹੁਤ ਸਾਰੇ ਸੰਤਾਂ ਮਹਾਤਮਾ ਨੇ ਇਸੇ ਵਾਸਤੇ ਇਸ ਨੂੰ ਇਸਤਰੀ ਔਰ ਪਤੀ ਦਾ ਰਿਸ਼ਤਾ ਕਹਿ ਕੇ ਸਮਝਾਇਆ ਹੈ। ਇਸਤਰੀ ਜਦੋਂ ਵੀ ਸੁੱਖ ਹਾਸਲ ਕਰ ਸਕਦੀ ਹੈ, ਪਤੀ ਦੇ ਭਗਤੀ, ਪਤੀ ਦੇ ਪਿਆਰ, ਪਤੀ ਦੇ ਵਸਾਲ 'ਚੋਂ ਹਾਸਲ ਕਰ ਸਕਦੀ ਹੈ। ਅਗਰ ਇੱਕ ਇਸਤਰੀ ਪਤੀ ਦੇ ਚਰਨਾਂ ਤੋਂ ਦੂਰ ਚਲੇ ਜਾਂਦੀ ਹੈ, ਤੁਸੀਂ ਕਿਤਨੇ ਉਹਨੂੰ ਮਹੱਲਾਂ ਵਿੱਚ ਰੱਖੋ, ਕਿਤਨੇ ਜ਼ੇਵਰ ਦਿਓ, ਅੱਛੇ ਕੱਪੜੇ ਦਿਓ, ਕਿਤਨੀ ਉਹਦੀ ਇੱਜ਼ਤ ਕਰੋ, ਉਹਦੇ ਮਨ ਵਿੱਚ ਕਦੇ ਸੁੱਖ ਔਰ ਸ਼ਾਂਤੀ ਨਹੀਂ ਆਉਂਦੀ। ਉਹਨੂੰ ਤਾਂ ਪਤੀ ਦਾ ਪਿਆਰ ਚਾਹੀਦਾ ਹੈ, ਪਤੀ ਦਾ ਵਸਾਲ ਚਾਹੀਦਾ ਹੈ। ਸਾਨੂੰ ਪਰਮਾਤਮਾ ਸਾਰੀ ਦੁਨੀਆ ਦਾ ਰਾਜ ਪਾਠ ਵੀ ਕਿਉਂ ਨਾ ਦੇ ਦੇਵੇ, ਸਾਡੇ ਮਨ ਅੰਦਰ ਕਦੇ ਸੁੱਖ ਨਹੀਂ ਆ ਸਕੇਗਾ, ਸ਼ਾਂਤੀ ਨਹੀਂ ਆ ਸਕੇਗੀ। ਜਿਤਨਾ ਚਿਰ ਸਾਡੀ ਆਤਮਾ ਵਾਪਸ ਜਾ ਕੇ ਮਾਲਕ ਦੀ ਭਗਤੀ ਕਰਕੇ ਮਾਲਕ ਨਾਲ ਵਸਾਲ ਨਹੀਂ ਕਰਦੀ। ਇਸੇ ਵਾਸਤੇ ਹਰ ਇੱਕ ਨੂੰ ਪਰਮਾਤਮਾ ਦੀ ਖੋਜ ਹੈ। ਇਸੇ ਕਾਰਨ ਰਾਮਾ ਕ੍ਰਿਸ਼ਨ ਮਿਸ਼ਨ ਵਾਲਿਆਂ ਨੇ ਮਾਤਾ ਔਰ ਬੇਟੇ ਦਾ ਰਿਸ਼ਤਾ ਕਹਿ ਕੇ ਯਾਦ ਕੀਤਾ ਹੈ। ਅਗਰ ਬੇਟਾ ਆਪਣੇ ਆਪ ਨੂੰ ਮਾਂ ਦੀ ਗੋਦ ਦੇ ਹਵਾਲੇ ਕਰ ਦਿੰਦਾ ਹੈ, ਬੇਟੀ ਨੂੰ ਕੀ ਫਿਕਰ ਹੋ ਸਕਦਾ ਹੈ? ਮਾਤਾ ਨੂੰ ਉਸ ਦਾ ਫਿਕਰ ਹੋਵੇਗਾ। ਕ੍ਰਾਈਸਟ ਨੇ ਇਸ ਨੂੰ ਬਾਪ ਔਰ ਬੇਟੇ ਦੇ ਰਿਸ਼ਤੇ ਨਾਲ ਯਾਦ ਕੀਤਾ ਹੈ। ਜਿਤਨਾ ਚਿਰ ਲੜਕੇ ਦੇ ਸਿਰ 'ਤੇ ਬਾਪ ਦਾ ਸਾਇਆ ਹੈ, ਬਾਪ ਨੂੰ ਫਿਕਰ ਹੋਵੇਗਾ, ਲੜਕੇ ਨੂੰ ਕੀ ਫਿਕਰ ਹੋ ਸਕਦਾ ਹੈ? ਸੋ ਜੋ ਕੁਝ ਸਾਨੂੰ ਪ੍ਰਾਪਤ ਮਿਲਣਾ ਹੈ, ਉਸ ਮਾਲਕ ਦੀ ਭਗਤੀ, ਮਾਲਕ ਦੇ ਪਿਆਰ 'ਚੋਂ ਮਿਲਣਾ ਹੈ। ਦੁਨੀਆ 'ਚੋਂ ਵੀ ਥੋੜ੍ਹੇ ਬਹੁਤ ਸੁੱਖ ਜ਼ਰੂਰ ਮਿਲਦੇ ਰਹਿੰਦੇ ਹਨ, ਬਸ਼ਰਤੇ ਕਿ ਸਾਡੀ ਲਿਵ, ਸਾਡਾ ਖਿਆਲ ਉਸ ਮਾਲਕ ਦੇ ਭਗਤੀ ਦੀ ਤਰਫ ਰਹਿੰਦਾ ਹੈ, ਮਾਲਕ ਦੇ ਪਿਆਰ ਦੀ ਤਰਫ ਰਹਿੰਦਾ ਹੈ। ਮੈਂ ਕਈ ਦਫਾ ਮਿਸਾਲ ਦਿੱਤੀ ਹੈ, ਇੱਕ ਛੋਟਾ ਜਿਹਾ ਬੱਚਾ ਆਪਣੇ ਪਿਤਾ ਦੀ ਉਂਗਲੀ ਪਕੜ ਕੇ ਨਮਾਇਸ਼ ਦੇਖਣ ਜਾਂ ਮੇਲਾ ਦੇਖਣ ਚਲੇ ਜਾਂਦਾ ਹੈ। ਉਸ ਨੂੰ ਨਮਾਇਸ਼ ਦੇ ਅੰਦਰ ਹਰ ਚੀਜ਼ ਬਹੁਤ ਹੀ ਖੂਬਸੂਰਤ ਮਾਲੂਮ ਦਿੰਦੀ ਹੈ। ਕਿਸੇ ਜਗ੍ਹਾ ਬੱਚਿਆਂ ਦੇ ਖਿਡੌਣੇ ਪਏ ਹੋਏ ਹਨ, ਕਿਸੇ ਜਗ੍ਹਾ ਮਠਿਆਈ ਦੀਆਂ ਦੁਕਾਨਾਂ ਬੜੀ ਖੂਬਸੂਰਤੀ ਦੇ ਨਾਲ ਲੱਗੀਆਂ ਹੋਈਆਂ ਹਨ, ਕਿਸੇ ਜਗ੍ਹਾ ਬਿਜਲੀਆਂ ਚਮਕਦੀਆਂ ਬੁਝਦੀਆਂ ਹਨ। ਉਹ ਬੱਚਾ ਸੋਚਦਾ ਹੈ ਕਿ ਇਹ ਜਿਹੜੀ ਉਹਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ, ਸ਼ਾਇਦ ਨਮਾਇਸ਼ ਦੇ ਸਾਜ਼ੋ ਸਮਾਨ 'ਚ ਹੋ ਰਹੀ ਹੈ। ਅਗਰ ਗਲਤੀ ਦੇ ਨਾਲ ਉਹ ਆਪਣੇ ਪਿਤਾ ਦੀ ਉਂਗਲੀ ਛੱਡ ਬੈਠਦਾ ਹੈ, ਨਮਾਇਸ਼ ਦਾ ਸਾਰਾ ਸਾਜ਼ੋ ਸਮਾਨ ਉਸੇ ਹੀ ਜਗ੍ਹਾ ਮੌਜੂਦ ਹੁੰਦਾ ਹੈ, ਲੇਕਿਨ ਬੱਚਾ ਰੋਣਾ ਸ਼ੁਰੂ ਕਰ ਦਿੰਦਾ ਹੈ, ਚੀਖਾਂ ਮਾਰਦਾ ਹੈ। ਫਿਰ ਬੱਚਾ ਮਹਿਸੂਸ ਕਰਦਾ ਹੈ ਕਿ ਨਮਾਇਸ਼ 'ਚੋਂ ਉਹ ਉਤਨਾ ਅਰਸਾ ਖੁਸ਼ੀ ਹਾਸਲ ਕਰ ਸਕਦਾ ਸੀ ਜਿਤਨਾ ਅਰਸਾ ਉਸਨੇ ਆਪਣੇ ਪਿਤਾ ਦੀ ਉਂਗਲੀ ਪਕੜੀ ਹੋਈ ਸੀ। ਸਾਡਾ ਪਿਤਾ ਕੌਣ ਹੈ? ਸਿਰਫ ਇੱਕ ਪਰਮਾਤਮਾ ਹੈ, ਪਰਮੇਸ਼ਵਰ ਹੈ। ਸੋ ਅਗਰ ਸਾਡੀ ਲੇਵ ਉਸ ਪਰਮਾਤਮਾ ਦੀ ਤਰਫ ਹੈ, ਅਸੀਂ ਦੁਨੀਆ 'ਚੋਂ ਵੀ ਹਿਸਾਬ ਕਿਤਾਬ ਖਤਮ ਕਰ ਜਾਂਦੇ ਹਾਂ ਔਰ ਵਾਪਸ ਜਾ ਕੇ ਪਰਮਾਤਮਾ ਨਾਲ ਵੀ ਮਿਲ ਜਾਂਦੇ ਹਾਂ। ਇਸ ਵਾਸਤੇ ਅਗਰ ਮਾਲਕ ਦੀ ਤਰਫ ਧਿਆਨ ਸਾਡਾ ਲੱਗਾ ਹੋਇਆ ਹੈ, ਦੁਨੀਆ ਦੇ ਅੰਦਰ ਵੀ 4 ਦਿਨ ਸੁੱਖ ਔਰ ਸ਼ਾਂਤੀ ਦੇ ਘਟ ਜਾਂਦੇ ਹਾਂ। ਤੁਸੀਂ ਸੋਚ ਕੇ ਦੇਖੋ, ਜਿਨ੍ਹਾਂ ਨੂੰ ਦੁਨੀਆ ਅੰਦਰ ਪਰਮਾਤਮਾ ਨੇ ਸਭ ਕੁਝ ਬਖਸ਼ਿਆ ਹੋਇਆ ਹੈ, ਜ਼ਿੰਦਗੀ ਦਾ ਨੇਕ ਸਾਥੀ ਵੀ ਦਿੱਤਾ ਹੋਇਆ ਹੈ, ਸਿਹਤ ਵੀ ਦਿੱਤੀ ਹੈ, ਇੱਜ਼ਤ ਵੀ ਦਿੱਤੀ ਹੈ, ਰੁਪਇਆ ਪੈਸਾ ਵੀ ਦਿੱਤਾ ਹੈ, ਗਰਜ਼ੇ ਕਿ ਪਰਮਾਤਮਾ ਨੇ ਦੁਨੀਆ ਦੀਆਂ ਨਿਆਮਤਾਂ ਦੀ ਤਰਫੋਂ ਕਿਸੇ ਚੀਜ਼ ਦੀ ਉਹਨੂੰ ਕਮੀ ਨਹੀਂ ਰੱਖੀ। ਲੇਕਿਨ ਫਿਰ ਵੀ ਕਦੇ ਇਕੱਲੇ ਬੈਠ ਕੇ ਦੇਖੋ, ਸਭ ਕੁਝ ਹੋਣ ਦੇ ਬਾਵਜੂਦ ਮਨ ਖੁਸੋ ਕਰਦਾ ਹੈ, ਸਮਝ ਨਹੀਂ ਆਉਂਦੀ ਕਮੀ ਕਿਸ ਚੀਜ਼ ਦੀ ਹੈ। ਫਿਰ ਵੀ ਇਕੱਲਾਪਣ ਅਸੀਂ ਆਪਣੇ ਅੰਦਰ ਮਹਿਸੂਸ ਕਰਦੇ ਹਾਂ। ਇਹ ਆਤਮਾ ਦੀ ਇਨਕਲੀਨੇਸ਼ਨ ਹੈ, ਕਸ਼ਿਸ਼ ਹੈ ਆਪਣੇ ਅਸਲ ਦੀ ਤਰਫ। ਜਿਤਨਾ ਚਿਰ ਅਸੀਂ ਇਸ ਨੂੰ ਆਪਣੇ ਅਸਲ ਦੀ ਤਰਫ ਨਹੀਂ ਜਾਣ ਦਿਆਂਗੇ, ਇਸ ਦੇ ਅੰਦਰ ਸੁੱਖ ਕਿਸ ਤਰ੍ਹਾਂ ਆ ਸਕਦਾ ਹੈ, ਇਸ ਦੇ ਅੰਦਰ ਸ਼ਾਂਤੀ ਕਿਸ ਤਰ੍ਹਾਂ ਆ ਸਕਦੀ ਹੈ। ਇਸੇ ਵਾਸਤੇ ਬਾਬਾ ਫਰੀਦ ਨੇ ਕਿਹਾ ਸੀ, ਮੈਂ ਜਾਣਾ ਦੁੱਖ ਮੁਝ ਕੋ, ਦੁੱਖ ਸਵਾਇਆ ਜਗ, ਉੱਪਰ ਚੜ੍ਹ ਕੇ ਦੇਖਿਆ ਘਰ ਘਰ ਇਹੋ ਵਗ।
ਬਾਬਾ ਫਰੀਦ ਕਹਿੰਦੇ ਮੈਂ ਤਾਂ ਸਮਝਦਾ ਸੀ ਕਿ ਮੈਂ ਹੀ ਦੁਨੀਆ ਵਿੱਚ ਦੁਖੀ ਹਾਂ। ਮਹਾਤਮਾ ਨੂੰ ਕੀ ਦੁੱਖ ਹੋਵੇਗਾ, ਰੋਟੀ ਕੱਪੜੇ ਦਾ ਦੁੱਖ ਹੋਵੇਗਾ। ਲੇਕਿਨ ਜਦੋਂ ਮੈਂ ਉੱਪਰ ਦੀਆਂ ਮੰਜ਼ਲਾਂ ਵਿੱਚ ਜਾ ਕੇ ਦੇਖਿਆ, ਇਹ ਤਾਂ ਸਾਰੀ ਦੁਨੀਆ ਖਾਹਿਸ਼ਾਂ ਔਰ ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਲੱਗੀ ਹੋਈ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾਅਵੇ ਨਾਲ ਕਹਿੰਦੇ ਹਨ, ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜੋ ਨਾਮ ਆਦਾ। ਸਭ ਦੁਨੀਆ ਦੇ ਜੀਵ ਆਪੋ ਆਪਣੀ ਜਗ੍ਹਾ ਦੁੱਖਾਂ ਔਰ ਮੁਸੀਬਤਾਂ ਨਾਲ ਭਰੇ ਪੀਤੇ ਬੈਠੇ ਹਨ। ਅਸਲੀ ਸੁੱਖ ਔਰ ਸ਼ਾਂਤੀ ਉਹਨਾਂ ਹੀ ਗੁਰਮੁਖਾਂ ਨੂੰ ਹੈ ਜਿਨ੍ਹਾਂ ਨੇ ਰਚਨਾ 'ਚੋਂ ਮਨ ਕੱਢ ਕੇ ਮਾਲਕ ਦੇ ਭਗਤੀ ਵਿੱਚ ਲਗਾਇਆ ਹੋਇਆ ਹੈ, ਮਾਲਕ ਦੇ ਪਿਆਰ ਵਿੱਚ ਲਗਾਇਆ ਹੋਇਆ ਹੈ। ਸਹਿਜੋ ਬਾਈ ਕਹਿੰਦੇ, ਧਨਵੰਤੇ ਦੁਖੀਏ ਸਭੀ ਨਿਰਧਨ ਦੁਖਕਾਰੂ। ਜਿਨ੍ਹਾਂ ਕੋਲ ਬਹੁਤ ਜ਼ਿਆਦਾ ਧਨ ਹੈ, ਸੇਠ ਸ਼ਾਹੂਕਾਰ ਹਨ, ਜਾਇਦਾਦਾਂ ਦੇ ਮਾਲਕ ਹਨ, ਉਹ ਤਾਂ ਸਾਰੇ ਹੀ ਦੁਖੀ ਹਨ। ਸਾਨੂੰ ਤਾਂ 5-6 ਘੰਟੇ ਆਪਣੀ ਹੀ ਨੀਂਦ ਆਉਂਦੀ ਹੋਵੇਗੀ, ਉਹ ਤਾਂ ਵਿਚਾਰੇ ਗੋਲੀਆਂ ਟੀਕਿਆਂ ਦੇ ਆਧਾਰ 'ਤੇ ਹੀ ਸੌਂਦੇ ਹਨ। ਜਿਨ੍ਹਾਂ ਕੋਲ ਖਾਣ ਪੀਣ ਨੂੰ ਹੀ ਕੁਛ ਨਹੀਂ, ਉਹਨਾਂ ਨੇ ਤਾਂ ਦੁਖੀ ਹੋਣਾ ਹੀ ਹੈ। ਇਸੇ ਵਾਸਤੇ ਮਹਾਤਮਾ ਕਹਿੰਦੇ, ਨਾ ਸੁੱਖ ਵਿੱਚ ਗ੍ਰਸਤ ਦੇ ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰ ਦੇ ਸੰਤਾਂ ਸ਼ਰਨ ਪਿਆ। ਨਾ ਕਦੇ ਕਿਸੇ ਨੂੰ ਗ੍ਰਸਤ 'ਚੋਂ ਸੁੱਖ ਮਿਲਿਆ ਹੈ, ਪੁੱਤਰਾਂ ਧੀਆਂ ਕੌਮਾਂ ਮਜ਼ਹਬਾਂ ਮੁਲਕਾਂ ਦੀ ਮਾਨ ਵਡਿਆਈ 'ਚੋਂ ਸੁੱਖ ਮਿਲਿਆ ਹੈ। ਨਾ ਇਹਨਾਂ ਨੂੰ ਤਿਆਗ ਕੇ ਜਾ ਕੇ ਕਿਤੇ ਜੰਗਲਾਂ ਪਹਾੜਾਂ 'ਚੋਂ ਕਿਸੇ ਨੂੰ ਸੁੱਖ ਮਿਲਿਆ ਹੈ। ਸੁੱਖ ਤਾਂ ਮਾਲਕ ਦੇ ਭਗਤੀ ਵਿੱਚ ਹੈ, ਮਾਲਕ ਦੇ ਪਿਆਰ ਵਿੱਚ ਹੈ, ਮਾਲਕ ਦੇ ਵਿਸਾਲ ਵਿੱਚ ਹੈ। ਇਸ ਵਾਸਤੇ ਮਹਾਤਮਾ ਸਾਡੇ ਅੰਦਰ ਉਸ ਮਾਲਿਕ ਦੇ ਮਿਲਣ ਦਾ ਸ਼ੌਕ ਪੈਦਾ ਕਰਦੇ ਹਨ। ਮਾਲਿਕ